बहुत ही प्यारे बच्चों, ਅੱਜ ਆਪਾਂ ਤੁਹਾਡੇ ਨਾਲ ਸੂਫੀ ਕਾਵਿ ਦੇ ਵਿੱਚ ਦਰਜ ਬੁੱਲੇ ਸ਼ਾਹ ਜੀ ਦੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਬੁੱਲੇ ਸ਼ਾਹ ਦਾ ਜਨਮ ਪਿੰਡ ਪਾਂਡੋਕੇ, ਜ਼ਿਲ੍ਹਾ ਲਾਹੌਰ ਵਿੱਚ ਹੋਇਆ। ਬੁੱਲੇ ਸ਼ਾਹ ਦਾ ਪਿਤਾ ਮੀਆਂ ਮੁਹੰਮਦ ਦਰਵੇਸ਼ ਇੱਕ ਧਾਰਮਿਕ ਅਧਿਆਪਕ ਸੀ। ਬਚਪਨ ਵਿੱਚ ਬੁੱਲੇ ਸ਼ਾਹ ਨੂੰ ਡੰਗਰ ਚਾਰਨੇ ਪਏ। ਜਦੋਂ ਸਿਆਣਾ ਹੋਇਆ ਤਾਂ ਵਿੱਦਿਆ ਪ੍ਰਾਪਤ ਕਰਨ ਲਈ ਕਸੂਰ ਵਿਖੇ ਗਿਆ। ਜਦੋਂ ਜਵਾਨੀ ਵਿੱਚ ਪੈਰ ਰੱਖਿਆ ਤਾਂ ਉਸ ਅੰਦਰ ਭਗਤੀ ਭਾਵਨਾ ਜਾਗ ਪਈ। ਬੁੱਲੇ ਸ਼ਾਹ ਬੜੀ ਮਸਤੀ ਵਾਲਾ ਸੂਫੀ ਫਕੀਰ ਸੀ। ਉਸ ਦੀ ਫਕੀਰੀ ਨੇ ਉਸ ਨੂੰ ਕਵੀ ਬਣਾਇਆ। ਉਸ ਦਾ ਗੁਰੂ ਸ਼ਾਹ ਇਨਾਇਤ ਸੀ। ਬੁੱਲੇ ਸ਼ਾਹ ਨੇ ਕਾਫੀਆਂ, ਅਟਵਾਰੇ, ਬਾਰਾਂਮਾਹ ਅਤੇ 3 ਸ਼ਿਰਫੀਆਂ ਲਿਖੀਆਂ। ਕਾਫੀਆਂ ਸੂਫੀ ਭਾਵਾਂ ਨਾਲ ਭਰੀਆਂ ਹਨ। ਉਹਨਾਂ ਵਿੱਚ ਸੋਜ਼, ਤੜਪ, ਬਿਰਹਾ, ਹੂਕ ਅਤੇ ਵੈਰਾਗ ਹੈ। ਉਸ ਦੀ ਬੋਲੀ ਲਾਹੌਰੀ ਅਤੇ ਮੁਲਤਾਨੀ ਹੈ। ਉਸ ਨੇ ਪੰਜਾਬੀ ਮੁਹਾਵਰਿਆਂ ਦਾ ਪ੍ਰਯੋਗ ਬੜੇ ਸੁੰਦਰ ਢੰਗ ਨਾਲ ਕੀਤਾ ਹੈ। ਬੱਚੋ ਪੜ੍ਹਿਆ ਕਰੋ ਇਹਨਾਂ ਬਾਰੇ। ਜਦੋਂ ਆਪਾਂ ਇਹਨਾਂ ਬਾਰੇ ਪੜ੍ਹਦੇ ਹਾਂ ਨਾ, ਮਤਲਬ ਮੈਂ ਹੈਰਾਨ ਹੁੰਦੀ ਹਾਂ ਬੱਚੋ, ਇਹਨਾਂ ਨੂੰ ਕੌਣ ਸਿਖਾਉਣ ਵਾਲਾ ਸੀ। ਇਹ ਦਿਲੋਂ ਇੰਨੇ ਜ਼ਿਆਦਾ ਗਿਆਨੀ ਸਨ, ਕਿਉਂਕਿ ਪ੍ਰੇਮ ਦੇ ਵਿੱਚ, ਪਰਮਾਤਮਾ ਦੀ ਭਗਤੀ ਦੇ ਵਿੱਚ ਇੰਨਾ ਸੋਹਣਾ ਲਿਖਿਆ ਬੱਚੋ ਇਹਨਾਂ ਨੇ। ਬਹੁਤ ਲੋਕ ਇਹਨਾਂ ਬਾਰੇ ਗਾਉਂਦੇ ਨੇ ਬੱਚੋ। ਇਹਨਾਂ ਦੀਆਂ ਜੋ ਸਤਰਾਂ ਨੇ ਉਹਨਾਂ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ। ਠੀਕ ਹੈ ਨਾ, ਬਹੁਤ ਸੋਹਣਾ ਲਿਖਦੇ ਨੇ ਬੱਚੋ। ਸਭ ਤੋਂ ਪਹਿਲਾਂ ਹੈ ਬੁੱਲਾ ਕੀ ਜਾਣਾ ਮੈਂ ਕੌਣ। ਠੀਕ ਹੈ, ਤਾਂ ਪ੍ਰਸੰਗ ਇਹਨਾਂ ਦਾ ਹੀ ਹੋਏਗਾ ਕਿ ਇਹ ਕਾਵਿ ਟੋਟਾ ਸੂਫੀ ਕਵੀ ਬੁੱਲੇ ਸ਼ਾਹ ਦੀ ਰਚਨਾ ਬੁੱਲਾ ਕੀ ਜਾਣਾ ਮੈਂ ਕੌਣ ਕਵਿਤਾ ਵਿੱਚੋਂ ਲਿਆ ਗਿਆ ਹੈ। ਇਹ ਸਾਹਿਤਮਾਲਾ ਵਿੱਚ ਦਰਜ ਹੈ। ਇਹ ਕਾਵਿ ਟੋਟਾ ਸੂਫੀ ਕਵੀ ਬੁੱਲੇ ਸ਼ਾਹ ਦੀ ਰਚਨਾ ਹੈ, ਜੋ ਕਿ ਸਾਹਿਤਮਾਲਾ ਪਾਠ ਪੁਸਤਕ ਦੇ ਵਿੱਚ ਸੂਫੀ ਕਾਵਿ ਦੇ ਵਿੱਚੋਂ ਲਈ ਗਈਆਂ ਹਨ। ਇਹਨਾਂ ਸਤਰਾਂ ਵਿੱਚ ਬੁੱਲੇ ਸ਼ਾਹ ਨੇ ਸੰਸਾਰਿਕ ਅਤੇ ਧਾਰਮਿਕ ਰਹੁ ਰੀਤਾਂ ਵਿੱਚ ਆਪਣੀ ਮੈਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਸੰਸਾਰਿਕ ਰਸਮਾਂ ਅਤੇ ਕਰਮ ਕਾਂਡਾਂ ਵਿੱਚ ਮੈਂ ਦਾ ਅਨੁਭਵ ਨਹੀਂ ਹੁੰਦਾ। ਉਹ ਰੂਹਾਨੀ ਮੰਜ਼ਿਲ ਦੀ ਸਿਖਰ 'ਤੇ ਪੁੱਜ ਗਿਆ ਹੈ ਅਤੇ ਉਸ ਦੀ ਆਤਮਾ ਕੇਵਲ ਪ੍ਰਭੂ ਦੀ ਪਛਾਣ ਕਰਦੀ ਹੈ। ਬਹੁਤ ਸੋਹਣਾ ਬੱਚੋ। ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਕੁਫਰ ਈਮਾਨ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰੌਨ। ਮਤਲਬ ਬਹੁਤ ਸੋਹਣਾ ਗਾਇਆ ਜਾਂਦਾ ਹੈ। ਬੁੱਲਾ ਸ਼ਾਹ ਆਖਦਾ ਹੈ ਕਿ ਮੈਂ ਮੁਸਲਮਾਨੀ ਸ਼ਰ੍ਹਾ ਦਾ ਪਾਬੰਦ ਮੋਮਨ ਮਤਲਬ ਪੱਕਾ ਮੁਸਲਮਾਨ ਨਹੀਂ ਹਾਂ, ਅਤੇ ਨਾ ਹੀ ਇਹਨਾਂ ਸੰਸਾਰਿਕ ਅਤੇ ਧਾਰਮਿਕ ਰਸਮਾਂ ਰਿਵਾਜ਼ਾਂ ਵਿੱਚ ਯਕੀਨ ਰੱਖਦਾ ਹਾਂ। ਈਮਾਨ ਮਤਲਬ ਧਾਰਮਿਕ। ਨਾ ਮੈਂ ਪਾਕਾਂ ਵਿੱਚ ਪਲੀਤਾਂ, ਮੈਂ ਨਾ ਪਵਿੱਤਰ ਲੋਕਾਂ ਵਿੱਚ ਰਹਿਣ ਵਾਲਾ ਹਾਂ ਅਤੇ ਨਾ ਹੀ ਪਾਪੀਆਂ ਦੇ ਵਿੱਚ। ਨਾ ਮੈਂ ਮੂਸਾ ਨਾ ਫਿਰੌਨ, ਮੈਂ ਨਾ ਮੂਸਾ ਹਾਂ ਨਾ ਹੀ ਮੈਂ ਫਿਰੌਨ ਹਾਂ। ਹੈ ਨਾ, ਮੂਸਾ ਕੀ ਬੱਚੋ? ਇਸਰਾਏਲ ਵੰਸ਼ ਦਾ ਇੱਕ ਪੈਗੰਬਰ ਜੋ ਹਜ਼ਰਤ ਈਸਾ ਤੋਂ 1200 ਵਰ੍ਹੇ ਪਹਿਲਾਂ ਹੋਇਆ। ਫਿਰੌਨ ਮਤਲਬ ਮਿਸਰ ਦਾ ਬਾਦਸ਼ਾਹ, ਜਿਸ ਦਾ ਮਾਣ ਮੂਸੇ ਨੇ ਤੋੜਿਆ ਸੀ। ਨਾ ਮੈਂ ਅੰਦਰ ਵੇਦ ਕਿਤਾਬਾਂ, ਨਾ ਮੈਂ ਭੰਗਾਂ ਵਿੱਚ ਸ਼ਰਾਬਾਂ। ਠੀਕ ਹੈ ਨਾ, ਉਹ ਕਹਿੰਦੇ ਨੇ ਵੀ ਨਾ ਮੈਂ ਹਿੰਦੂਆਂ ਦੀਆਂ ਧਾਰਮਿਕ ਪੁਸਤਕਾਂ ਵੇਦਾਂ ਦੇ ਵਿੱਚ, ਨਾ ਹੀ ਮੁਸਲਮਾਨਾਂ ਦੀਆਂ ਧਾਰਮਿਕ ਕੁਰਾਨ ਪੜ੍ਹਨ ਵਾਲਿਆਂ ਵਿੱਚ ਹਾਂ। ਠੀਕ ਹੈ ਨਾ, ਨਾ ਵਿੱਚ ਰਿਦਾ ਮਸਤ ਖਰਾਬਾਂ, ਨਾ ਵਿੱਚ ਜਾਗਣ ਨਾ ਵਿੱਚ ਸੌਣ। ਨਾ ਮੈਂ ਸ਼ਰਾਬ ਪੀਣ ਵਾਲਿਆਂ ਵਿੱਚ ਹਾਂ ਅਤੇ ਨਾ ਹੀ ਮੈਂ ਨਸ਼ਾ ਪੀ ਕੇ ਮਦਮਸਤ ਹੋਣ ਵਾਲਿਆਂ ਵਿੱਚ ਹਾਂ। ਨਾ ਵਿੱਚ ਸ਼ਾਦੀ ਨਾ ਗਮਨਾਕੀ, ਨਾ ਮੈਂ ਵਿੱਚ ਪਲੀਤੀ ਪਾਪੀ। ਠੀਕ ਹੈ ਨਾ, ਬੁੱਲੇ ਸ਼ਾਹ ਕਹਿੰਦੇ ਨੇ ਕਿ ਉਹ ਖੁਸ਼ੀ ਅਤੇ ਉਦਾਸੀ ਦਾ ਕੋਈ ਅਸਰ ਨਹੀਂ ਹੁੰਦਾ। ਉਹ ਖੁਸ਼ੀ ਵਿੱਚ ਖੁਸ਼ੀ ਅਤੇ ਗਮੀ ਵਿੱਚ ਉਦਾਸ ਨਹੀਂ ਹੁੰਦੇ। ਉਹ ਪਵਿੱਤਰ ਵੀ ਨਹੀਂ ਅਤੇ ਪਾਪੀ ਵੀ ਨਹੀਂ। ਠੀਕ ਹੈ, ਪਲੀਤੀ ਪਾਪੀ ਪਵਿੱਤਰ ਅਤੇ ਪਾਪ ਨੂੰ ਕਿਹਾ ਜਾਂਦਾ ਬੱਚੋ। ਨਾ ਮੈਂ ਆਬੀ ਨਾ ਮੈਂ ਖਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ। ਠੀਕ ਹੈ ਨਾ, ਅਤੇ ਆਪਾਂ ਕਹਿੰਦੇ ਹਾਂ ਵੀ ਆਪੀ ਦਾ ਮਤਲਬ ਕੀ ਹੁੰਦਾ ਬੱਚੋ? ਪਾਣੀ ਦਾ ਬਣਿਆ ਹੋਇਆ। ਹੈ ਨਾ, ਅਤੇ ਖਾਕੀ ਕੀ ਹੁੰਦਾ?
ਮਿੱਟੀ ਦਾ ਬਣਿਆ ਹੋਇਆ। ਬੁੱਲੇ ਸ਼ਾਹ ਕਹਿੰਦੇ ਹਨ ਕਿ ਉਹ ਪਾਣੀ, ਅੱਗ, ਹਵਾ ਅਤੇ ਮਿੱਟੀ ਭਾਵ ਪੰਜਾਂ ਤੱਤਾਂ ਦਾ ਬਣਿਆ ਨਹੀਂ। ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੌਣ ਹਾਂ, ਮੇਰੀ ਹਸਤੀ ਕੀ ਹੈ। ਫਿਰ ਅੱਗੇ ਆ ਗਿਆ ਬੱਚੋ, ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ। ਵੀ ਨਾ ਮੈਂ ਅਰਬ ਦਾ, ਨਾ ਮੈਂ ਲਾਹੌਰ ਦਾ, ਨਾ ਮੈਂ ਹਿੰਦੀ ਦਾ, ਨਾ ਨਗੌਰ ਸ਼ਹਿਰ ਦਾ ਹਾਂ। ਮੈਂ ਕੌਣ ਹਾਂ, ਮੈਨੂੰ ਸਮਝ ਨਹੀਂ ਆਉਂਦੀ। ਠੀਕ ਹੈ, ਨਾ ਮੈਂ ਪਿਸ਼ੌਰ ਹਾਂ, ਹਿੰਦੂ, ਮੈਨੂੰ ਨਹੀਂ ਪਤਾ ਲੱਗ ਰਿਹਾ ਵੀ ਮੈਂ ਕਿਹੜੇ ਧਰਮ ਦੇ ਨਾਲ, ਕਿਹੜੀ ਜਗ੍ਹਾ ਦੇ ਨਾਲ ਸੰਬੰਧ ਰੱਖਦਾ ਹਾਂ। ਠੀਕ ਹੈ, ਫਿਰ ਇਸ ਤੋਂ ਬਾਅਦ ਉਹ ਕਹਿੰਦੇ ਨੇ, ਨਾ ਮੈਂ ਹਿੰਦੂ ਤੁਰਕ ਪਿਸ਼ੌਰੀ, ਨਾ ਮੈਂ ਰਹਿੰਦਾ ਵਿੱਚ ਨਦੌਣ, ਬੁੱਲਾ ਕੀ ਜਾਣਾ ਮੈਂ ਕੌਣ। ਵੀ ਮੈਨੂੰ ਨਹੀਂ ਪਤਾ ਕਿੱਥੇ ਰਹਿਣਾ, ਮੈਂ ਤੁਰਕ ਹਾਂ, ਪਿਸ਼ੌਰ ਹਾਂ, ਕਿਹੜੇ ਸ਼ਹਿਰ 'ਚ ਰਹਿਣਾ, ਨਦੌਣ ਦੇ ਵਿੱਚ ਰਹਿਣਾ, ਮੈਨੂੰ ਕੁਛ ਨਹੀਂ ਪਤਾ। ਨਾ ਮੈਂ ਭੇਦ ਮਜ਼ਹਬ ਦਾ ਪਾਇਆ, ਮਜ਼ਹਬ ਕੀ ਹੁੰਦਾ ਬੱਚੋ, ਧਰਮ। ਨਾ ਮੈਂ ਆਦਮ ਹਵਾ ਦਾ ਜਾਇਆ, ਵੀ ਮੈਨੂੰ ਨਹੀਂ ਪਤਾ ਵੀ ਮੈਂ ਕਿਹੜੇ ਮਜ਼ਹਬ ਦਾ ਹਾਂ, ਆਦਮ ਦਾ, ਹਵਾ ਦਾ ਜਨਮ ਕਿੱਥੋਂ ਹੋਇਆ, ਮੇਰਾ ਕੁਛ ਨਹੀਂ ਪਤਾ। ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿੱਚ ਬੈਠਣ, ਨਾ ਵਿੱਚ ਪਾਉਣ, ਵੀ ਮੈਨੂੰ ਨਹੀਂ ਪਤਾ ਮੈਂ ਕੌਣ ਹਾਂ, ਮੇਰੀ ਹਸਤੀ ਕੀ ਹੈ। ਇਹ ਗੱਲਾਂ ਦਾ ਮੈਨੂੰ ਬਿਲਕੁਲ ਵੀ ਸਮਝ ਨਹੀਂ ਆਉਂਦੀ ਹੈਗੀ, ਕਿਉਂਕਿ ਮੈਨੂੰ ਆਪਣੇ ਆਪ ਨੂੰ ਮੈਂ ਲੱਭ ਰਿਹਾ। ਠੀਕ ਹੈ, ਵੀ ਮੈਂ ਕਿੱਥੋਂ ਦਾ ਰਹਿਣ ਵਾਲਾ, ਮੈਂ ਆਪਣੇ ਆਪ ਦਾ ਭੇਦ ਨਹੀਂ ਪਾ ਸਕਿਆ। ਫਿਰ ਉਸ ਤੋਂ ਬਾਅਦ, ਅਵਲ ਆਖਰ ਆਪ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾ, ਮੈਥੋਂ ਹੋਰ ਨਾ ਕੋਈ ਸਿਆਣਾ, ਬੁੱਲਾ ਸ਼ਾਹ ਖੜਾ ਹੈ ਕੌਣ, ਬੁੱਲਾ ਕੀ ਜਾਣਾ ਮੈਂ ਕੌਣ। ਫਿਰ ਉਹ ਅੰਤ ਦੇ ਵਿੱਚ ਕਹਿੰਦੇ ਨੇ ਵੀ ਅਸਲ ਦੇ ਵਿੱਚ ਤੂੰ ਆਪਣੇ ਆਪ ਨੂੰ ਪਛਾਣ। ਠੀਕ ਹੈ ਨਾ, ਵੀ ਜਦ ਤੂੰ ਵੀ ਧਰਮ ਦਾ ਭੇਤ ਨਹੀਂ ਪਾ ਸਕਿਆ, ਕਿਉਂਕਿ ਮੈਂ ਭੇਤ ਪਾਉਣ ਵਾਲੀ ਉੱਚੀ ਅਵਸਥਾ ਤੱਕ ਹਾਲੇ ਨਹੀਂ ਪਹੁੰਚਿਆ। ਮੈਂ ਆਪਣੇ ਆਪ ਨੂੰ ਧਰਤੀ 'ਤੇ ਆਉਣ ਵਾਲੇ ਬਾਬੇ ਆਦਮ ਅਤੇ ਹਵਾ ਦਾ ਪੁੱਤਰ ਹੋਣ ਵਿੱਚ ਵੀ ਨਹੀਂ ਗਿਣਦਾ। ਮੈਂ ਇਸ ਸੰਸਾਰ ਵਿੱਚ ਆਪਣਾ ਵੱਡਾ ਨਾਮ ਵੀ ਨਹੀਂ ਧਰਾਇਆ। ਮੈਂ ਡੇਰਾ ਲਾ ਕੇ ਇੱਕ ਥਾਂ ਬੈਠਣ ਵਾਲੇ ਫਕੀਰਾਂ ਵਿੱਚ ਵੀ ਨਹੀਂ ਹਾਂ, ਅਤੇ ਨਾ ਹੀ ਤੁਰਨ ਫਿਰਨ ਵਾਲਿਆਂ ਵਿੱਚ। ਮੈਂ ਨਹੀਂ ਜਾਣਦਾ ਕਿ ਮੈਂ ਕੌਣ ਹਾਂ। ਹੇ ਪ੍ਰਭੂ, ਮੈਂ ਮੁੱਢ ਤੋਂ ਲੈ ਕੇ ਅੰਤ ਤੱਕ ਕੇਵਲ ਤੇਰੀ ਹਸਤੀ ਨੂੰ ਜਾਣਦਾ ਹਾਂ। ਮੈਂ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਪਛਾਣਦਾ। ਮੇਰੇ ਤੋਂ ਤੇਥੋਂ ਬਿਨਾਂ ਹੋਰ ਕਿਸੇ ਦੀ ਪਛਾਣ ਨਹੀਂ ਹੁੰਦੀ, ਕਿਉਂਕਿ ਤੂੰ ਹਰ ਥਾਂ ਵਸਦਾ ਹੈ। ਮੈਂ ਆਪਣੇ ਆਪ ਨੂੰ ਤੁੱਛ ਸਮਝਦਾ ਹਾਂ। ਹੇ ਪ੍ਰਭੂ, ਅਸਲ ਵਿੱਚ ਤੂੰ ਨਜ਼ਰ ਆਉਂਦਾ ਹਾਂ। ਠੀਕ ਹੈ ਬੱਚੋ, ਉਹ ਕਹਿੰਦੇ ਨੇ ਵੀ ਆਪਣੇ ਰੱਬ ਕਿੱਥੇ, ਆਪਣੇ ਅੰਦਰ ਆ, ਵੀ ਅੰਦਰ ਤੇਰੇ ਪਰਮਾਤਮਾ ਜੋ ਬੈਠਾ ਉਹੀ ਸਭ ਤੋਂ ਵੱਡਾ ਸਿਆਣਾ ਹੈ, ਵੀ ਜੋ ਬਾਹਰ ਦਿਖਦਾ ਉਹ ਕੁਛ ਵੀ ਨਹੀਂ ਹੈ। ਠੀਕ ਹੈ, ਸੋ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਨੇ ਬੱਚੋ। ਬੁੱਲਾ ਕੀ ਜਾਣਾ ਮੈਂ ਕੌਣ ਕਿਹਨਾਂ ਨੇ ਲਿਖਿਆ? ਬੁੱਲੇ ਸ਼ਾਹ ਨੇ। ਮੋਮਨ ਕੀ ਹੁੰਦਾ ਬੱਚੋ? ਕੱਟੜ ਮੁਸਲਮਾਨ। ਮੂਸਾ ਕੌਣ ਹੁੰਦਾ? ਇਜ਼ਰਾਈਲ ਦੇਸ਼ ਦਾ ਇੱਕ ਪੈਗੰਬਰ। ਫਿਰੌਨ ਕੌਣ ਸੀ? ਮਿਸ਼ਰ ਦੇਸ਼ ਦਾ ਹੰਕਾਰੀ ਬਾਦਸ਼ਾਹ। ਮੂਸੇ ਨੇ ਹੰਕਾਰ ਤੋੜਿਆ ਸੀ। ਵੇਦ ਕਿਸ ਨੂੰ ਆਖਦੇ ਹਨ? ਹਿੰਦੂਆਂ ਦੀਆਂ ਧਾਰਮਿਕ ਪੁਸਤਕਾਂ। ਕਿਤਾਬਾਂ ਤੋਂ ਕੀ ਭਾਵ ਹੈ? ਮੁਸਲਮਾਨਾਂ ਦੀਆਂ ਧਾਰਮਿਕ ਪੁਸਤਕਾਂ। ਬੁੱਲੇ ਸ਼ਾਹ ਨੇ ਆਪਣਾ ਨਾਮ ਕੀ ਧਰਾਇਆ ਹੈ? ਕੁਝ ਵੀ ਨਹੀਂ। ਬੁੱਲੇ ਸ਼ਾਹ ਨੂੰ ਆਪਣੇ ਆਪ ਨੂੰ ਕਿਵੇਂ ਮਹਿਸੂਸ ਕਰਦੇ ਹਨ? ਰੱਬ ਦਾ ਰੂਪ। ਬੁੱਲੇ ਸ਼ਾਹ ਕਿਸ ਦਾ ਭੇਦ ਪਾਉਣ ਦਾ ਦਾਅਵਾ ਨਹੀਂ ਕਰਦੇ? ਮਜ਼ਹਬ ਦਾ। ਨਦੌਣ ਸ਼ਹਿਰ ਕਿੱਥੇ ਹੈ? ਕਾਂਗੜੇ ਵਿੱਚ। ਆਬੀ ਕਿਸ ਨੂੰ ਕਿਹਾ ਗਿਆ? ਪਾਣੀ ਨੂੰ। ਖਾਕੀ ਮਿੱਟੀ ਨੂੰ। ਆਤਸ਼ ਇਹਨੂੰ ਕਿਹਾ ਗਿਆ ਬੱਚੋ? ਅੱਗ ਨੂੰ। ਠੀਕ ਹੈ ਨਾ, ਬਹੁਤ ਸੋਹਣੀ ਕਵਿਤਾ। ਅੱਗੇ ਆ ਗਈ ਬੱਚੋ, ਇਸ਼ਕ ਦੀ ਨਵੀਂ ਬਹਾਰ। ਠੀਕ ਹੈ ਨਾ, ਇਹ ਗੱਲ ਕਰਦੇ ਨੇ ਵੀ ਜੋ ਪੁਰਾਣੀਆਂ ਰੀਤਾਂ ਨੇ ਵੀ ਦਿਖਾਵੇ ਦੀਆਂ, ਵੀ ਤੂੰ ਮਾਲਾ ਪਾ ਕੇ, ਠੀਕ ਹੈ, ਅਤੇ ਹੋਰ ਵਿਖਾਵੇ ਕਰਕੇ, ਕਾਲੇ ਕੱਪੜੇ ਪਾ ਕੇ ਤੂੰ ਫਿਰਦਾ, ਸੂਫੀ ਬਣਿਆ ਫਿਰਦਾ, ਫਕੀਰ ਬਣਿਆ ਫਿਰਦਾ, ਤਾਂ ਉਹਦਾ ਕੋਈ ਮਤਲਬ ਨਹੀਂ। ਇਸ਼ਕ ਦੀ ਨਵੀਂ ਬਹਾਰ ਕੀ? ਇਸ਼ਕ ਕੀ ਕਹਿੰਦਾ? ਇਸ਼ਕ ਹਕੀਕੀ, ਮਤਲਬ ਜੋ ਆਪਾਂ ਸੱਚੇ ਪਰਮਾਤਮਾ ਨੂੰ ਮੰਨਦੇ, ਇਸ਼ਕ ਹਕੀਕੀ। ਵੀ ਤੂੰ ਕੀ ਆ? ਵੀ ਉਹੀ ਹੈ ਵੀ ਜਿਹੜਾ ਅਸਲੀ ਪਰਮਾਤਮਾ ਨੂੰ ਮੰਨਦਾ ਏ। ਵੀ ਤੂੰ ਦਿਖਾਵੇ ਵਾਲਾ ਨਵੀਂ ਬਹਾਰ ਨਹੀਂ ਹੈ। ਨਵੀਂ ਬਹਾਰ ਕਿਹੜੀ ਹੈ? ਵੀ ਇਸ਼ਕ ਨੂੰ ਅੰਦਰ ਲੱਭਣਾ, ਪਰਮਾਤਮਾ ਨੂੰ ਅੰਦਰ ਲੱਭਣਾ, ਇਹੀ ਨਵੀਂ ਬਹਾਰ ਹੈ। ਪੁਰਾਣੀ ਬਹਾਰ ਕੀ ਸੀ? ਪੁਰਾਣੀ ਧਾਰਨਾ ਕੀ ਸੀ? ਵੀ ਰੱਬ ਜੰਗਲਾਂ 'ਚ ਆ, ਠੀਕ ਹੈ, ਦਿਖਾਵਿਆਂ ਦੇ ਵਿੱਚ ਆ। ਵੀ ਅੱਜ ਕੱਲ੍ਹ ਇਸ਼ਕ ਦੀ ਨਵੀਂ ਬਹਾਰ ਇਹੀ ਹੈ। ਠੀਕ ਹੈ ਨਾ, ਹੁਣੇ ਦੇਖਦੇ ਆਪਾਂ ਕੀ ਕਹਿੰਦੇ ਨੇ ਆਪਾਂ ਨੂੰ ਇਹ। ਫੂਕ ਮਸੱਲਾ ਭੰਨ ਸਿਰ ਲੋਟਾ, ਨਾ ਫੜ ਤਸਬੀਹ ਕਾਸਾ ਸੋਟਾ। ਵੀ ਜਿਹੜੇ ਤੇਰੇ ਜਿੰਨੇ ਵੀ ਦਿਖਾਵੇ ਦੇ ਸਾਧਨ ਨੇ, ਠੀਕ, ਉਹ ਸਾਰੇ ਦਿਖਾਵੇ ਦੇ ਸਾਧਨਾਂ ਨੂੰ ਤੂੰ ਕੀ ਕਰਦੇ? ਸੁੱਟਦੇ ਪਰਾਂ। ਮਸੱਲਾ ਕੀ ਹੁੰਦਾ ਬੱਚੋ? ਨਮਾਜ਼ ਪੜ੍ਹਨ ਦਾ ਆਸਣ। ਤਸਬੀਹ ਕੀ ਹੁੰਦੀ ਹੈ? ਮਾਲਾ, ਕਾਸਾ, ਪਿਆਲਾ, ਠੀਕ ਹੈ, ਵੀ ਇਹਨਾਂ ਨੂੰ ਸਾਰਿਆਂ ਨੂੰ ਸੁੱਟ ਦੇ।
ਆਲਮ ਕਹਿੰਦਾ ਦੇ ਦੇ ਹੋਕਾ, ਤਰਕ ਹਲਾਲੋਂ ਖਾ ਮੁਰਦਾਰ। ਵੀ ਜਿਹੜਾ ਅਸਲੀ ਆਲਮ ਹੈ, ਮਤਲਬ ਜਿਹੜਾ ਪੜ੍ਹਿਆ ਲਿਖਿਆ ਇਲਮ ਵਾਲਾ ਬੰਦਾ ਏ, ਤਰਕ ਮਤਲਬ ਪੂਰੀ ਦਲੀਲ ਦੇ ਨਾਲ, ਹਲਾਲ ਮਤਲਬ ਜਾਇਜ਼ ਧਰਮ ਦਾ ਜਿਹੜੀ ਕਮਾਈ ਹੈ, ਠੀਕ ਹੈ, ਇਸਲਾਮੀ ਤਰੀਕੇ ਨਾਲ ਜ਼ਿਬਾ ਕੀਤਾ ਪਸ਼ੂ ਪੰਛੀ, ਠੀਕ ਹੈ ਨਾ। ਇਹ ਸਭ ਕੁਛ ਕੀ ਕਹਿੰਦਾ ਇਹ ਵੀ ਸਾਰਾ ਹੋਕਾ ਦੇ ਕੇ ਕਹਿ ਰਹੇ ਵੀ ਨਵੀਂ ਨਵੀਂ ਬਹਾਰ ਹੈ, ਵੀ ਜੋ ਪੁਰਾਣੀਆਂ ਰੋਹ ਰੀਤਾਂ ਨੇ ਉਹਨਾਂ ਨੂੰ ਛੱਡ ਕੇ ਤੂੰ ਰੱਬ ਨੂੰ ਅੰਦਰ ਧਿਆ। ਉਮਰ ਰਿਵਾਈ ਵਿੱਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ। ਵੀ ਸਾਰੀ ਉਮਰ ਤੂੰ ਮਸੀਤਾਂ 'ਚ ਗਵਾ ਲਈ, ਕਿਉਂਕਿ ਮੁਸਲਿਮ ਧਰਮ ਨੂੰ ਸੰਬੰਧ ਰੱਖਦੇ ਸੀ ਵੀ ਅੰਦਰ ਪਲੀਤੀ, ਅੰਦਰ ਤੂੰ ਪਾਪਾਂ ਦੇ ਨਾਲ ਭਰਿਆ ਹੋਇਆ ਹੈ ਨਾ। ਕਦੇ ਨਮਾਜ਼ ਵੈਦਤ ਨਾ ਕੀਤੀ ਹੈ ਨਾ, ਵੀ ਤੂੰ ਇੰਨਾ ਜ਼ਿਆਦਾ ਪਾਪਾਂ ਦੇ ਨਾਲ ਭਰਿਆ ਹੋਇਆ ਵੀ ਤੂੰ ਅਸਲੀ ਨਮਾਜ਼ ਤਾਂ ਕਦੇ ਪੜ੍ਹੀਓ ਨਹੀਂ, ਠੀਕ ਹੈ। ਹੁਣ ਕਿਉਂ ਕਰਨਾ ਏ ਧਾੜੋ ਧਾੜ, ਵੀ ਹੁਣ ਤੂੰ ਰੋਣ ਦਾ ਕੀ ਫਾਇਦਾ ਜਦੋਂ ਹੱਥੋਂ ਸਭ ਕੁਝ ਗਵਾ ਬੈਠਾ। ਇਸ਼ਕ ਦੀ ਨਵੀਂ ਨਵੀਂ ਬਹਾਰ, ਇਸ਼ਕ ਦੀ ਨਵੀਂ ਬਹਾਰ ਦੇ ਵਿੱਚ ਆ ਰੱਬ ਨੂੰ ਲੱਭ ਅੰਦਰੋਂ। ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਿਦ ਕੋਲੋਂ ਜਿਊੜਾ ਡਰਿਆ, ਭੱਜ ਭੱਜ ਠਾਕਰ ਦੁਆਰੇ ਵੜਿਆ, ਘਰ ਵਿੱਚ ਪਾਇਆ ਮਹਿਰਮ ਯਾਰ, ਇਸ਼ਕ ਦੀ ਨਵੀਂ ਨਵੀਂ ਬਹਾਰ। ਕਹਿੰਦੇ ਜਦੋਂ ਮੈਂ ਅਸਲੀ ਸਬਕ ਇਸ਼ਕ ਦਾ ਪੜ੍ਹਿਆ, ਵੀ ਦਿਖਾਵਿਆਂ ਤੋਂ ਮੈਂ ਦੂਰ ਤੱਕ ਨੇੜੇ ਨਹੀਂ ਗਿਆ ਉਹਨਾਂ ਦੇ, ਹੈ ਨਾ। ਅਤੇ ਮੈਂ ਭੱਜਿਆ, ਦੂਰ ਦੂਰ ਭੱਜਿਆ ਦਿਖਾਵਿਆਂ ਤੋਂ, ਠੀਕ ਹੈ। ਮੈਂ ਭੱਜ ਕੇ ਠਾਕਰ ਦੁਆਰੇ ਮਤਲਬ ਆਪਣੇ ਅੰਦਰ ਹੀ ਦੇਖਿਆ, ਉੱਥੇ ਮੈਂ ਆਪਣੇ ਪਰਮਾਤਮਾ ਨੂੰ ਪਾਇਆ, ਮਹਿਰਮ ਯਾਰ ਨੂੰ। ਇਹੀ ਨਵੀਂ ਧਾਰਨਾ ਇਸ਼ਕ ਦੀ, ਪਰਮਾਤਮਾ ਦੀ। ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਂ ਨਾ ਤੂਤੀ ਮਾਰ ਗਵਾਈ। ਕਹਿੰਦੇ ਜਦੋਂ ਮੈਂ ਅਸਲੀ ਰਮਜ਼ ਭੇਤ ਇਸ਼ਕ ਦਾ ਪਾਇਆ, ਮੈਂ ਨਾ ਤੂਤੀ ਮਤਲਬ ਹੰਕਾਰ ਦੇ ਵਿੱਚ ਆਪਾਂ ਕਰਦੇ ਮੈਂ ਆ ਤੂੰ ਆ, ਹੈ ਨਾ, ਉਹ ਸਭ ਕੁਛ ਗਵਾਈ। ਹਰ ਥਾਵੇਂ ਮਤਲਬ ਰੱਬ ਹੀ ਰੱਬ ਹੈ, ਹੋਰ ਕੁਛ ਨਹੀਂ। ਅੰਦਰ ਬਾਹਰ ਹੋਈ ਸਫਾਈ, ਜਿਤ ਵੱਲ ਵੇਖਾਂ ਯਾਰੋ ਯਾਰ, ਇਸ਼ਕ ਦੀ ਨਵੀਂ ਨਵੀਂ ਬਹਾਰ। ਇਹ ਨਹੀਂ ਕਹਿੰਦਾ ਵੀ ਇਹ ਮੈਂ ਆ ਜੀ ਉਹ ਤੂੰ ਆ, ਲੜਦੇ ਰਹਿਣਾ, ਵੀ ਅੰਦਰ ਬਾਹਰੋਂ ਬਸ ਮੇਰੇ ਗੰਦਮੰਦ ਨਿਕਲ ਗਿਆ, ਵੀ ਮੈਨੂੰ ਚਾਰੇ ਪਾਸੇ ਕੀ ਦਿਖਦਾ, ਰੱਬ ਹੀ ਰੱਬ ਦਿਖਦਾ। ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਢੁੜੈਂਦੀ ਬੇਲੇ। ਵੀ ਹੀਰ ਰਾਂਝੇ ਦੇ ਮੇਲੇ ਹੋ ਗਏ, ਜੋ ਜੰਗਲਾਂ ਦੇ ਵਿੱਚ ਮੈਂ ਲੱਭਦਾ ਫਿਰਦਾ ਸੀ ਉਹ ਮੈਂ ਬੰਦ ਕਰਤਾ। ਬੇਲੇ ਮਤਲਬ ਜਿਵੇਂ ਰਾਂਝਾ ਉੱਥੇ ਬੇਲਿਆਂ ਦੇ ਵਿੱਚ ਨੌਕਰੀ ਕਰਦਾ ਸੀ ਨਾ, ਮੱਝਾਂ ਉਹ ਕਰਦਾ ਸੀ। ਮੈਨੂੰ ਸੁਧ ਬੁੱਧ ਰਹੀ ਨਾ ਸਾਰ, ਵੀ ਹੁਣ ਮੈਨੂੰ ਕੋਈ ਸੁਧ ਬੁੱਧ ਨਹੀਂ, ਮੈਨੂੰ ਚਾਰੇ ਪਾਸੇ ਮੇਰਾ ਰੱਬ ਦਿਖ ਰਿਹਾ। ਇਸ਼ਕ ਦੀ ਨਵੀਂ ਨਵੀਂ ਬਹਾਰ, ਵੀ ਇਹੀ ਸਾਰੀ ਇਸ਼ਕ ਦੀ ਨਵੀਂ ਬਹਾਰ ਹੈ, ਲਹਿਰ ਹੈ, ਸੋਚ ਹੈ। ਵੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸਿਜਦੇ ਕਰਦਿਆਂ ਘਸ ਕੇ ਮੱਥੇ। ਵੇਦ ਕੁਰਾਨ ਪੜ੍ਹ ਪੜ੍ਹ ਥੱਕ ਗਏ, ਮੱਥੇ ਟੇਕਦੇ ਥੱਕ ਗਏ। ਨਾ ਰੱਬ ਤੀਰਥ ਨਾ ਰੱਬ ਮੱਕੀ, ਨਾ ਹਿੰਦੂਆਂ ਦੇ ਤੀਰਥ ਨਾ ਮੱਕੇ ਆ ਮੁਸਲਮਾਨਾਂ ਦੇ। ਜਿਨ ਪਾਇਆ ਤੇ ਨੂਰ ਅਨਵਾਰ, ਇਸ਼ਕ ਦੀ ਨਵੀਂ ਨਵੀਂ ਬਹਾਰ। ਰੱਬ ਕਿੱਥੇ ਹੈ? ਰੱਬ ਆਪਣੇ ਅੰਦਰ ਹੈ। ਇਸ਼ਕ ਭੁਲਾਇਆ ਸਿਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇਂ ਝੇੜਾ। ਬੁੱਲਾ ਹੋਰ ਚੁੱਪ ਚਪੇੜਾ, ਚੱਕੀ ਸਗਲੀ ਕੂਕ ਪੁਕਾਰ। ਇਸ਼ਕ ਦੀ ਨਵੀਂ ਨਵੀਂ ਬਹਾਰ, ਵੀ ਹੁਣ ਤੈਨੂੰ ਫਾਲਤੂ ਗਾਹ ਪਾਉਣ ਦੀ ਲੋੜ ਨਹੀਂ ਹੈ, ਠੀਕ ਆ ਨਾ। ਅਨਵਾਰ ਮਤਲਬ ਨੂਰਾਂ ਦਾ ਨੂਰ, ਸਭ ਕੁਛ ਮੈਂ ਆਪਣੇ ਅੰਦਰ ਪਾ ਲਿਆ, ਠੀਕ ਹੈ। ਵੀ ਹੁਣ ਤੈਨੂੰ ਕਿਤੇ ਮੱਥੇ ਟੇਕਣ ਦੀ ਲੋੜ ਨਹੀਂ, ਬਸ ਤੇਰੇ ਅੰਦਰ ਰੱਬ ਹੈ। ਤੁਸੀਂ ਸੋਚੋ ਬੱਚੋ, ਵੀ ਜਿੰਨੇ ਵੀ ਮਹਾਨ ਹੋਏ ਨੇ ਉਹ ਹਿੰਦੂ ਮੁਸਲਮਾਨ ਦੇ ਵਿੱਚ ਕਦੇ ਉਹਨਾਂ ਨੇ ਫ਼ਰਕ ਹੀ ਨਹੀਂ ਸੀ ਸਮਝਿਆ। ਮੈਂ ਹੈਰਾਨ ਹਾਂ ਵੀ ਜਿਹੜੇ ਆਪਣੇ ਆਪ ਨੂੰ ਧਾਰਮਿਕ ਕਹਾਉਂਦੇ ਨੇ ਬੱਚਿਓ, ਉਹੀ ਲੋਕ ਸਭ ਤੋਂ ਜ਼ਿਆਦਾ ਧਰਮ ਲਈ ਲੜਦੇ ਨੇ ਅਤੇ ਉਹਨਾਂ ਨੂੰ ਧਰਮ ਬਾਰੇ ਪਤਾ ਹੀ ਨਹੀਂ ਹੁੰਦਾ। ਇਹ ਅਸਲੀ ਧਾਰਮਿਕ ਇਨਸਾਨ ਨੇ ਬੱਚਿਓ, ਕਿਉਂਕਿ ਧਰਮ ਕੋਈ ਵੀ ਆ ਉਹ ਹਮੇਸ਼ਾ ਮਾਨਵਤਾ ਦਾ ਸੁਨੇਹਾ ਦਿੰਦਾ ਵੀ ਸਾਰੇ ਸੱਚੇ ਮਾਨਵ ਨੇ, ਕਿਸੇ ਨਾਲ ਵੈਰ ਵਿਰੋਧ ਨਾ ਕਰੋ। ਪਰ ਆਪਾਂ ਧਰਮ ਦੇ ਨਾਂ 'ਤੇ ਲੜਦੇ ਹਾਂ। ਇਹ ਤੋਂ ਵੱਧ ਅਗਿਆਨਤਾ ਕੀ ਹੋ ਸਕਦੀ ਹੈ। ਸੋ ਪ੍ਰਸੰਗ ਇਹਦਾ ਕੀ ਹੈ ਬੱਚਿਓ, ਇਹੀ ਹੈ ਵੀ ਇਹ ਸਾਹਿਤਮਾਲਾ ਪਾਠ ਪੁਸਤਕ ਦੇ ਵਿੱਚ ਦਰਜ ਸੂਫੀ ਕਵੀ ਬੁੱਲੇ ਸ਼ਾਹ ਦੀ ਰਚਨਾ ਹੈ। ਸੂਫੀ ਕਾਵਿ ਦੇ ਵਿੱਚ ਲਈ ਗਈ ਹੈ। ਇਹਨਾਂ ਨੇ ਪੁਰਾਣੀਆਂ ਰੋਹ ਰੀਤਾਂ ਸਨ ਜਿਹੜੀਆਂ, ਉਹਨਾਂ ਦਾ ਖੰਡਨ ਕੀਤਾ। ਜੰਗਲ ਦੇ ਵਿੱਚ ਫਿਰਨਾ, ਦਿਖਾਵੇ ਕਰਨੇ, ਠੀਕ ਹੈ। ਉਹਨਾਂ ਨੇ ਕਿਹਾ ਵੀ ਰੱਬ ਆਪਣੇ ਅੰਦਰ ਹੈ, ਵੀ ਨਵੀਂ ਸੋਚ ਪੈਦਾ ਕਰ। ਕੇਂਦਰੀ ਭਾਵ ਕੀ ਇਹੀ ਹੈ ਬੱਚਿਓ, ਰੱਬ ਨੂੰ ਮਿਲਣ ਦੀ ਕਿਸੇ ਧਾਰਮਿਕ ਅਕੀਦੇ ਦੀ ਲੋੜ ਨਹੀਂ। ਸੱਚੇ ਪਿਆਰ ਦੀ ਭਾਵਨਾ ਨਾਲ ਉਸ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਰੱਬ ਦੇ ਪਿਆਰ ਸਦਕਾ ਮਨੁੱਖ ਦੇ ਦਿਲ ਵਿੱਚੋਂ ਹਉਮੈ ਮਿਟ ਜਾਂਦੀ ਹੈ, ਹੰਕਾਰ ਮਤਲਬ, ਅਤੇ ਦੂਜਿਆਂ ਨਾਲ ਵੈਰ ਵਿਰੋਧ ਦਾ ਖਾਤਮਾ ਹੋ ਜਾਂਦਾ ਹੈ। ਜਦ ਪ੍ਰਭੂ ਨਾਲ ਇਸ਼ਕ ਹੁੰਦਾ ਹੈ ਤਾਂ ਸਾਰੇ ਆਪਣੇ ਲੱਗਦੇ ਹਨ। ਬੱਚਿਓ ਆਪਣੇ ਕੋਲ ਲਿਖਣ ਦੀ ਕੋਸ਼ਿਸ਼ ਕਰਿਆ ਕਰੋ, ਠੀਕ ਹੈ। ਜੋ ਮੈਂ ਤੁਹਾਨੂੰ ਦੱਸਿਆ ਮੇਰੇ ਵਿਚਾਰ ਨੇ, ਤੁਸੀਂ ਇਹਨੂੰ ਸਮਝ ਕੇ ਆਪਣੇ ਅਨੁਸਾਰ ਲਿਖਿਆ ਕਰੋ, ਠੀਕ ਹੈ। ਅੱਗੇ ਆ ਬੱਚਿਓ, ਤੇਰਾ ਨਾਮ ਧਿਆਈ ਦਾ ਸਾਈਂ। ਵੀ ਸਿਰਫ ਤੇਰਾ ਨਾਮ ਧਿਆਉਂਦੇ ਆਪਾਂ, ਠੀਕ ਹੈ ਨਾ। ਪਰ ਉਸ ਤੋਂ ਪਹਿਲਾਂ ਆਪਾਂ ਪ੍ਰਸ਼ਨ ਉੱਤਰ ਕਰ ਲਈਏ ਇਸ਼ਕ ਦੀ ਨਵੀਂ ਨਵੀਂ ਬਹਾਰ ਦੇ। ਅਤੇ ਕਿਹਨਾਂ ਨੇ ਲਿਖਿਆ ਬੱਚਿਓ? ਬੁੱਲੇ ਸ਼ਾਹ ਨੇ, ਠੀਕ ਹੈ। ਕਿੱਥੋਂ ਲਈ ਗਈ? ਆਪਾਂ ਸੂਫੀ ਕਾਵਿ ਦੇ ਵਿੱਚੋਂ।
ਇਸ ਕਵਿਤਾ ਵਿੱਚ ਕਿਸ ਦੀ ਨਿੰਦਾ ਕੀਤੀ ਗਈ ਹੈ? ਇਸਲਾਮੀ ਧਾਰਮਿਕ ਕਰਮਕਾਂਡਾਂ ਦੀ, ਦਿਖਾਵਿਆਂ ਦੀ। ਜਿਸ ਸਫ਼ 'ਤੇ ਮੁਸਲਮਾਨ ਨਮਾਜ਼ ਪੜ੍ਹਦਾ ਹੈ ਉਸਨੂੰ ਕੀ ਆਖਦੇ ਹਨ? ਮੁਸੱਲਾ। ਵਾਦਤ ਨਮਾਜ਼ ਤੋਂ ਕੀ ਭਾਵ ਹੈ? ਰੱਬੀ ਏਕਤਾ ਦੀ। ਠਾਕਰ ਦੁਆਰਾ ਕਿਸ ਨੂੰ ਕਿਹਾ ਗਿਆ ਹੈ? ਮਤਲਬ ਆਪਣੇ ਅੰਦਰ ਨੂੰ ਕਿਹਾ ਵੈਸੇ, ਪਰ ਹਿੰਦੂਆਂ ਦੇ ਪੂਜਾ ਪਾਠ ਕਰਨ ਵਾਲੀ ਥਾਂ ਵੀ ਹੁੰਦੀ ਹੈ, ਪਰ ਉਹਨਾਂ ਨੇ ਆਪਣੇ ਦਿਲ ਨੂੰ ਕਿਹਾ ਗਿਆ। ਠੀਕ ਹੈ। ਜਿੱਥੇ ਮੁਸਲਮਾਨ ਨਮਾਜ਼ ਪੜ੍ਹਦੇ ਹਨ ਉਹਨੂੰ ਕੀ ਕਹਿੰਦੇ ਨੇ? ਮਸੀਤ। ਮੁਸਲਮਾਨਾਂ ਦੀ ਪਵਿੱਤਰ ਧਾਰਮਿਕ ਪੁਸਤਕ ਕੀ ਹੈ? ਕੁਰਾਨ। ਮੱਕਾ ਕਿੱਥੇ ਹੈ? ਅਰਬ ਦੇਸ਼ ਦੇ ਵਿੱਚ। ਬੁੱਲੇ ਸ਼ਾਹ ਰਾਂਝਾ ਕਿਸ ਨੂੰ ਕਹਿੰਦੇ ਨੇ? ਰੱਬ ਨੂੰ। ਹੀਰ ਕਿਹਨੂੰ ਕਹਿੰਦੇ ਨੇ? ਆਪਣੇ ਆਪ ਨੂੰ। ਬੁੱਲੇ ਸ਼ਾਹ ਅਨੁਸਾਰ ਰੱਬ ਕਿੱਥੇ ਵਸਦਾ ਹੈ? ਹਰ ਥਾਂ। ਠੀਕ ਹੈ, ਆਪਣੇ ਅੰਦਰ। ਬੁੱਲੇ ਸ਼ਾਹ ਦਾ ਮਹਿਰਮ ਕੌਣ ਹੈ? ਰੱਬ। ਤੇਰਾ ਨਾਮ ਧਿਆਈਂਦਾ ਸਾਈਂ, ਤੇਰਾ ਨਾਮ ਧਿਆਈਂਦਾ ਸਾਈਂ, ਤੇਰਾ ਨਾਮ ਧਿਆਈਂਦਾ, ਵੀ ਸਿਰਫ ਤੇਰਾ ਹੀ ਤੇਰਾ ਨਾਮ ਚਾਰੇ ਪਾਸੇ ਮੈਂ ਧਿਆਉਣਾ। ਬੁੱਲੇ ਨਾਲੋਂ ਚੁੱਲ੍ਹਾ ਚੰਗਾ, ਜਿਸ ਪਰ ਤਾਮ ਪਕਾਈਦਾ। ਤਾਮ ਮਤਲਬ ਰੋਟੀ, ਚੁੱਲ੍ਹਾ ਜਿਹੜਾ ਆਪਣੀ ਚੁੱਲ੍ਹਾ ਹੁੰਦਾ ਵਿੱਚੋਂ, ਵੀ ਮੈਂ ਫਜ਼ੂਲ ਹਾਂ, ਵੀ ਮੇਰੇ ਨਾਲ ਤਾਂ ਚੁੱਲ੍ਹਾ ਚੰਗਾ ਜਿਸ 'ਤੇ ਮੈਂ ਰੋਟੀ ਬਣਾਈ ਜਾਂਦੀ ਹੈ, ਕਿਸੇ ਦੇ ਕੰਮ ਆਉਂਦਾ। ਰਲ ਫਕੀਰਾਂ ਮਜਲਿਸ ਕੀਤੀ, ਭੋਰਾ ਭੋਰਾ ਖਾਈਦਾ, ਵੀ ਸਾਰੇ ਜਿਹੜੇ ਫਕੀਰ ਨੇ, ਚੰਗੇ ਲੋਕ ਨੇ, ਉਹਨਾਂ ਨਾਲ ਮਿਲ ਕੇ ਸਭਾ ਦੇ ਵਿੱਚ ਇਕੱਠੇ ਹੋ ਕੇ ਆਪਾਂ ਇਹਨੂੰ ਖਾਂਦੇ ਹਾਂ। ਮਜਲਿਸ ਮਤਲਬ ਮਹਿਫਿਲ ਨੂੰ ਕਹਿ ਦਿੱਤਾ ਜਾਂਦਾ ਹੈ ਨਾ। ਭੋਰਾ ਭੋਰਾ ਖਾਂਦੇ ਹਾਂ ਇਹਨੂੰ ਆਪਾਂ। ਰੰਗੜ ਨਾਲੋਂ ਖਿੰਗਰ ਚੰਗਾ। ਰੰਗੜ ਕੀ ਹੁੰਦਾ ਬੱਚੋ? ਇਸਲਾਮ ਮੱਤ ਧਾਰਨ ਕਰਨ ਵਾਲਾ ਰਾਜਪੂਤ। ਖਿੰਗਰ ਪੱਥਰ ਹੁੰਦਾ ਬੱਚੋ, ਜਿਹਦੇ ਉੱਪਰ ਆਪਾਂ ਨੂੰ ਪੈਰ ਘਸਾਉਂਦੇ ਹਾਂ, ਧੋਨੇ ਆਪਾਂ। ਠੀਕ ਹੈ। ਰੰਗੜ ਨਾਲੋਂ ਖਿੰਗਰ ਚੰਗਾ, ਜਿਸ ਪਰ ਪੈਰ ਘਸਾਈਦਾ, ਵੀ ਮਤਲਬ ਜਿਹੜੇ ਦਿਖਾਵੇ ਕਰਦੇ ਨੇ ਉਹਦਾ ਕੋਈ ਫਾਇਦਾ ਨਹੀਂ। ਇਹਦੇ ਨਾਲੋਂ ਤਾਂ ਉਹ ਚੰਗਾ ਵੀ ਜਿਹੜਾ ਪੱਥਰ ਜਿਹਦੇ ਆਪਾਂ ਪੈਰ ਘਸਾਉਂਦੇ ਹਾਂ ਅਤੇ ਰਗੜ ਕੇ ਆਪਣੀ ਮੈਲ ਤਾਂ ਧੋਈ ਜਾਂਦੀ ਹੈ, ਸਗੋਂ ਆਪਾਂ ਦਿਖਾਵੇ ਕਰ ਕਰਕੇ ਆਪਣੇ ਆਪ ਨੂੰ ਪਾਪੀ ਬਣਾਉਂਦੇ ਹਾਂ। ਠੀਕ ਹੈ। ਬੁੱਲਾ ਸ਼ੌਹ ਨੂੰ ਸੋਈ ਪਾਵੇ, ਜੋ ਬੱਕਰਾ ਬਣੇ ਕਸਾਈ ਦਾ, ਵੀ ਜਿਹੜਾ ਬਸ ਦਿਨ ਰਾਤ ਰੱਬ ਨੂੰ ਪੂਜਦਾ, ਉਹਨੂੰ ਲੱਭਦਾ ਹੈ ਅੰਦਰ, ਉਹੀ ਕੀ ਹੈ? ਇੱਕ ਰੱਬ ਨੂੰ ਪ੍ਰਾਪਤ ਕਰਦਾ ਹੈ। ਠੀਕ ਹੈ ਬੱਚੋ। ਪ੍ਰਸੰਗ ਕੀ ਹੈ ਇਹਦਾ? ਇਹੀ ਹੈ ਵੀ ਇਹ ਤੇਰਾ ਨਾਮ ਧਿਆਈਂਦਾ ਜੋ ਰਚਨਾ ਇਹ ਕਾਵਿ ਸਤਰਾਂ ਪਾਠ ਪੁਸਤਕ ਸਾਹਿਤਮਾਲਾ ਵਿੱਚੋਂ ਲਈਆਂ ਗਈਆਂ ਹਨ। 10ਵੀਂ ਦੀ ਹੈ ਇਹ, ਸੂਫੀ ਕਾਵਿ ਦੇ ਵਿੱਚੋਂ ਲਈਆਂ ਗਈਆਂ ਹਨ। ਇਹ ਕਾਫੀ ਵਿੱਚ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਜਿਹੜਾ ਆਦਮੀ ਰੱਬ ਦੀ ਭਗਤੀ ਨਹੀਂ ਕਰਦਾ, ਪਰਉਪਕਾਰ ਨਹੀਂ ਕਰਦਾ, ਦੂਜਿਆਂ ਦਾ ਭਲਾ ਨਹੀਂ ਕਰਦਾ, ਉਹਦਾ ਜੀਵਨ ਵਿਅਰਥ ਹੈ। ਇਸ ਲਈ ਨਿਮਰਤਾ, ਪਰਉਪਕਾਰ ਕਰਨਾ ਉਸ ਲਈ ਬਹੁਤ ਮਹੱਤਵਪੂਰਨ ਹੈ। ਪਰਮਾਤਮਾ ਦੀ ਪ੍ਰਾਪਤੀ ਵੀ ਕੁਰਬਾਨੀ ਦੇ ਕੇ ਹੀ ਹੁੰਦੀ ਹੈ। ਠੀਕ ਹੈ ਨਾ। ਜਿਵੇਂ ਬੱਕਰਾ ਉਹਨਾਂ ਨੇ ਕਿਹਾ ਸੀ ਕਸਾਈ ਦਾ, ਵੀ ਜੇ ਤੂੰ ਦੂਜਿਆਂ ਦੀ ਭਲਾਈ ਕਰੇਂਗਾ, ਠੀਕ ਹੈ, ਤਾਂ ਹੀ ਤੈਨੂੰ ਰੱਬ ਮਿਲ ਸਕਦਾ। ਅਤੇ ਇਸ ਦਾ ਕੀ ਹੈ ਬੱਚੋ ਕੇਂਦਰੀ ਭਾਵ? ਬੁੱਲੇ ਸ਼ਾਹ ਕਹਿੰਦਾ ਹੈ ਕਿ ਮੈਂ ਹਮੇਸ਼ਾ ਉਸ ਪਰਮਾਤਮਾ ਦੇ ਨਾਮ ਦਾ ਧਿਆਨ ਕਰਦਾ ਹਾਂ, ਉਸ ਨੂੰ ਯਾਦ ਕਰਦਾ ਹਾਂ, ਕਿਉਂਕਿ ਉਸ ਤੋਂ ਬਿਨਾਂ ਸੰਸਾਰ ਵਿੱਚ ਮੇਰੀ ਕੋਈ ਹਸਤੀ ਨਹੀਂ ਹੈ। ਮੇਰੇ ਨਾਲ ਤਾਂ ਚੁੱਲ੍ਹੇ ਦੀ ਹੋਂਦ ਵੀ ਚੰਗੀ ਹੈ, ਜਿਸ ਦੇ ਉੱਪਰ ਭੋਜਨ ਪਕਾਉਂਦੇ ਹਾਂ ਅਤੇ ਫਕੀਰਾਂ ਨਾਲ ਮਿਲ ਕੇ ਖਾਂਦੇ ਹਾਂ। ਉਸ ਪਰਮਾਤਮਾ ਦੀ ਪ੍ਰਾਪਤੀ ਅਤੇ ਕਿਰਪਾ ਪ੍ਰਾਪਤ ਕਰਨ ਲਈ ਆਪਣੀ ਹਉਮੈ ਦਾ ਤਿਆਗ ਕਰਨਾ ਪੈਂਦਾ ਹੈ। ਆਪਣੀ ਹੋਂਦ ਨੂੰ ਖਿੰਗਰ ਵਰਗੀ, ਉਹ ਪੱਥਰ ਵਰਗੀ ਬਣਾਉਣਾ ਪੈਂਦਾ ਹੈ, ਜਿਸ ਨਾਲ ਪੈਰ ਘਸਾ ਕੇ ਆਪਾਂ ਸਾਫ਼ ਕਰਦੇ ਹਾਂ। ਬੁੱਲੇ ਸ਼ਾਹ ਕਹਿੰਦੇ ਹਨ ਕਿ ਰੱਬ ਉਸੇ ਨੂੰ ਮਿਲ ਸਕਦਾ ਹੈ ਜੋ ਕਸਾਈ ਦੇ ਬੱਕਰੇ ਵਾਂਗ ਆਪਣੀ ਕੁਰਬਾਨੀ ਦੇਣ ਲਈ ਤਤਪਰ ਹੋਵੇ, ਭਾਵ ਤਿਆਗ ਕਰੇ, ਬਲਿਦਾਨ ਦੇਵੇ। ਠੀਕ ਹੈ। ਅਤੇ ਉਸ ਨੂੰ ਸੱਚੀ ਖੁਸ਼ੀ ਪ੍ਰਾਪਤ ਹੁੰਦੀ ਹੈ। ਪ੍ਰਸ਼ਨ ਉੱਤਰ ਬੱਚੋ, ਤੇਰਾ ਨਾਮ ਧਿਆਈਂਦਾ ਸਾਈਂ ਕਿਸ ਦੀ ਰਚਨਾ ਹੈ? ਬੁੱਲੇ ਸ਼ਾਹ ਜੀ ਦੀ। ਠੀਕ ਹੈ। ਕਿੱਥੇ ਦਰਜ ਹੈ? ਸੂਫੀ ਕਾਵਿ ਦੇ ਵਿੱਚ। ਕਵਿਤਾ ਵਿੱਚ ਸਾਈਂ ਸ਼ਬਦ ਕਿਸ ਲਈ ਵਰਤਿਆ ਗਿਆ? ਪਰਮਾਤਮਾ ਲਈ। ਚੁੱਲ੍ਹੇ 'ਤੇ ਕੀ ਪਕਾਈਦਾ ਹੈ? ਭੋਜਨ। ਬੁੱਲੇ ਸ਼ਾਹ ਅਨੁਸਾਰ ਸ਼ੌਹ ਨੂੰ ਪ੍ਰਾਪਤ ਕਿਵੇਂ ਕੀਤਾ ਜਾਂਦਾ? ਕੁਰਬਾਨੀ ਕਰਕੇ। ਖਿੰਗਰ 'ਤੇ ਕੀ ਘਸਾਉਂਦੇ ਆਪਾਂ? ਪੈਰ। ਠੀਕ ਹੈ ਬੱਚੋ। ਦੇਖੋ, ਸੁਣਿਆ ਕਰੋ ਬੱਚਿਓ ਇਹਨਾਂ ਨੂੰ, YouTube 'ਤੇ ਖੋਲ੍ਹ ਕੇ ਜਾਂ ਹੋਰ ਵੀ ਕਿਤਾਬਾਂ ਦੇ ਵਿੱਚ ਪੜ੍ਹਿਆ ਕਰੋ, ਸੁਣਿਆ ਕਰੋ। ਇਹ ਖੁਸ਼ੀ ਦਿੰਦੀਆਂ ਨੇ। ਦੇਖੋ ਆਪਣਾ ਇੰਨਾ ਅਮੀਰ ਵਿਰਸਾ ਹੈ ਨਾ ਬੱਚਿਓ, ਆਪਾਂ ਰੋਲ ਰੱਖਿਆ ਦੇਖੋ। ਠੀਕ ਹੈ। ਪਰ ਇਹਨੂੰ ਰੋਲੋ ਨਾ ਬੱਚਿਓ, ਲੋਕ ਪੜ੍ਹਦੇ ਨੇ ਬਾਹਰੋਂ ਵਿਦੇਸ਼ਾਂ ਦੇ ਵਿੱਚ ਇਹਨਾਂ ਨੂੰ, ਇਸ ਕਰਕੇ ਆਪਾਂ ਵੀ ਪੜ੍ਹਿਆ ਕਰੋ। ਆਪਾਂ ਨੂੰ ਪਤਾ ਹੀ ਨਹੀਂ ਕੌਣ ਸਨ ਇਹ, ਅਤੇ ਆਪਾਂ ਇਹੋ ਜਿਹੇ ਤਾਂ ਬਿਲਕੁਲ ਵੀ ਨਹੀਂ ਹੋ ਸਕਦੇ। ਇੰਨੇ ਅਮੀਰ ਵਿਰਸੇ ਦੇ ਮਾਲਕ ਆਪਾਂ ਅਮੀਰ ਹੀ ਬਣ ਕੇ ਰਹਿਣਾ। ਠੀਕ ਹੈ। ਉਚਾਰਨ ਸਮੇਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਬੱਚਿਓ, ਉਹਦੇ ਲਈ ਮੈਂ ਖਿਮਾ ਦੀ ਯਾਚਕ ਹਾਂ। ਅਤੇ ਪੜ੍ਹਨ ਦਾ ਤਾਂ ਹੀ ਫਾਇਦਾ ਆਪਾਂ ਨੂੰ ਜੇ ਆਪਾਂ ਉਹਨਾਂ ਦੇ ਦੱਸੇ ਹੋਏ ਰਾਹ 'ਤੇ ਚੱਲਾਂਗੇ। ਠੀਕ ਹੈ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।